पर्ची लगी हुई है। भाव सवाल पैदा हो गया भी ये शब्द है जिहड़ा ये इत्थे पुछया गया। की पुछया उन्होंने? जिसनो वाए सुनाईए सो केवड़ कित थाए। जिन्हों असी गाउणा है, जिन्हों उच्ची बोल के सुनाउणा है, वाह गुरु वाह गुरु वाह गुरु वाह गुरु। पातशाह जी जिसनों असी गाउणा है, जिसनों असी सुनाउणा है उच्ची, आख आख मनवावना, इस मन विचों हंकार नूं कढ के जिसनों असी सुनाउणा है वो कित्थे रहिंदा है, किड्डा क वड्डा है, उहदा थां किहड़ा है। क्योंकि मुसलमानां ने उन्हां नूं छिप दे वल मन्निया, हिंदुआं ने चढ़दे वल मन्निया। ਉਹ ਕਹਿੰਦੇ ਸਾਡਾ ਗੰਗਾ ਹਰਦੁਆਰ ਹੀ ਵੱਡਾ ਹੈ, ਉਹ ਕਹਿੰਦੇ ਸਾਡਾ ਮੱਕਾ ਵੱਡਾ ਹੈ। ਪਰ ਬਾਬੇ ਦੇ ਪੈਰ ਜਿਹੜੇ ਘੁਮਾਏ ਜੀਵਨ ਮੁੱਲਾਂ ਨੇ ਫੜ ਕੇ ਤੇ ਨਾਲ ਮੱਕਾ ਘੁੰਮਿਆ ਤੇ ਮਾਨੋ ਉਹਨਾਂ ਦਾ ਦਿਮਾਗ ਵੀ ਘੁਮਾ ਦਿੱਤਾ ਵੀ ਅੱਲਾ ਸਾਰੇ ਪਾਸੇ ਹੈ, ਇੱਕ ਥਾਂ ਤੇ ਨਹੀਂ। ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ 10 ਹੀ ਸਰੀਰਾਂ ਦਾ ਇੱਕੋ ਹੀ ਖਿਆਲ ਹੈ। ਕਿਸੇ ਦੀ ਗੱਲ ਇੱਕ ਦੂਜੇ ਦੀ ਐਂਟੀ ਨਹੀਂ ਜਾਊਗੀ। 10ਵੇਂ ਪਾਤਸ਼ਾਹ ਜੀ ਵੀ ਇਹੀ ਕਹਿੰਦੇ ਆ, ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ, को बुतान को पूजित है पस, को मृतान को पूजन धायो, कूर क्रिया उर्जो सब ही जग श्री भगवान को भेद न पायो। तां पुछदे हन महाराज किरपा करके सानू ये दसो, ਉਹ ਜਿਸਨੂੰ ਅਸੀਂ ਉੱਚੀ ਗਾ ਕੇ ਸੁਣਾਉਣਾ ਹੈ। ਕਿਉਂਕਿ ਜਦ ਪਤਾ ਲੱਗਿਆ ਵੀ ਇੱਥੇ ਵੀ ਪੱਥਰ ਨੂੰ ਪੂਜਦੇ ਆ ਤਾਂ ਉੱਥੇ ਪਾਤਸ਼ਾਹ ਨੇ ਕਹਿਣ ਲੱਗੇ ਸ਼ਬਦ ਨਾਲ ਜੁੜੋ। ਸ਼ਬਦ ਚੋਂ ਪੈਦਾ ਹੋਈ ਹੈ ਪਰਮੇਸ਼ਰ ਦਾ ਨਾਮ, ਜਿਹੜਾ ਉਹ ਸ਼ਬਦ ਹੈ, ਪਰਮੇਸ਼ਰ ਦਾ ਸਰੂਪ ਸ਼ਬਦ ਹੈ। ਉਹ ਕਿਸੇ ਬਿਲਡਿੰਗ ਵਿੱਚ ਬੰਦ ਨਹੀਂ, ਉਹ ਤਾਂ ਸਾਰੇ ਸਰੀਰਾਂ ਦੇ ਵਿੱਚ ਰਮਿਆ ਹੋਇਆ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਬਾਣੀ ਦਾ ਬਚਨ ਹੈ। ਪ੍ਰੀਤਮ ਜੀ ਨੂੰ ਪੁੱਛਦੇ ਆ ਮਹਾਰਾਜ ਕਿਹੜਾ ਥਾਂ ਹੈ ਜਿਸ ਨੂੰ ਅਸੀਂ ਗਾ ਕੇ ਸੁਣਾਉਣਾ? ਸੋ ਕੇਵੜ ਉਹ ਕਿੱਡਾ ਕੁ ਵੱਡਾ ਹੈ, ਕਿਤ ਥਾਏ ਕਿੱਥੇ ਰਹਿੰਦਾ ਹੈ। ਪਾਤਸ਼ਾਹ ਜੀ ਫਿਰ ਇਹਦਾ ਜਵਾਬ ਦਿੰਦੇ ਆ ਅਗਲੇ ਪੰਕਤੀ ਵਿੱਚ, ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵ ਲਾਏ। ਜਿਨ੍ਹਾਂ ਨੇ ਕਹਿਣਾ ਸ਼ੁਰੂ ਕੀਤਾ ਉਹ ਚੋਪੀ ਕਰ ਗਏ, ਉਹ ਦੱਸਣ ਜੋਗੇ ਨਹੀਂ ਬਚੇ। ਕੋ ਸਤਨਾਮ ਸ੍ਰੀ, ਉਹ ਡੁੱਬ ਗਏ ਉਹਦੇ ਵਿੱਚ। ਤੇ ਡੁੱਬਿਆ ਬੰਦਾ ਕਿਵੇਂ ਬੋਲੂਗਾ ਬਈ? ਜੇ ਕੋ ਡੁੱਬਿਆ ਫਿਰ ਹੋਵੇ ਸਾਰ। ਜਿਹੜੇ ਡੁੱਬ ਗਏ ਉਹਨਾਂ ਨੂੰ ਸਾਰ ਹੋ ਗਈ, ਉਹਨਾਂ ਨੂੰ ਸਮਝ ਆ ਗਈ, ਪਰ ਉਹਨਾਂ ਕੋਲੇ ਹੁਣ ਦੱਸਣ ਵਾਲੇ ਸ਼ਬਦ ਨਹੀਂ ਕਿ ਉਹ ਕਿਹੋ ਜਿਹਾ ਕਿੱਡਾ ਵੱਡਾ ਹੈ। ਉਹ ਡੁੱਬ ਗਏ। ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵ ਲਾਏ। ਬਾਬਾ ਗੁਰੂ ਨਾਨਕ ਦੇਵ ਜੀ ਉਹਨਾਂ ਮੁਸਲਮਾਨਾਂ ਨੂੰ, ਮੁਲਾਣਿਆਂ ਨੂੰ ਸੰਬੋਧਨ ਕਰਕੇ ਬੋਲਦੇ ਹਨ ਬਾਬਾ। ਜਿਹਨੂੰ ਆਪਾਂ ਨਹੀਂ ਜਾਣਦੇ ਉਹਨੂੰ ਬਾਬਾ ਕਹਿ ਸਕਦੇ ਹਾਂ, ਭਾਈ ਸਾਹਿਬ ਕਹਿ ਸਕਦੇ ਹਾਂ। ਤੋ ਇੱਥੇ ਬਾਬੇ ਤੋਂ ਭਾਵ ਸੰਬੋਧਨ ਹੈ ਬਾਬਾ। ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਬਾਬਾ ਕਹਿ ਕੇ ਜਵਾਬ ਦਿੰਦੇ ਹਨ, ਬਾਬਾ ਅੱਲਾਹ ਅਗਾਮੀ ਅਪਾਰ, ਉਹ ਪਰੇ ਤੋਂ ਪਰੇ ਹੈ, ਅਪਾਰ ਬੇਅੰਤ ਹੈ। ਗਮ ਹੁੰਦਾ ਰਸਤਾ, ਅਗੰਮ ਉਹਦਾ ਕੋਈ ਖਾਸ ਰਸਤਾ ਨਹੀਂ ਹੈ। ਬਈ ਜੇ ਤੁਸੀਂ ਕਹੋ ਵੀ ਸਾਡੇ ਮੱਕੇ 'ਚ ਹੀ ਰਹਿੰਦਾ ਹੋਰ ਕਿਤੇ ਨਹੀਂ, ਜਾਂ ਹਿੰਦੂ ਕਹਿਣ ਸਾਡੀ ਗੰਗਾ 'ਤੇ ਵਸਦਾ ਹੋਰ ਕਿਤੇ ਨਹੀਂ, ਇਹ ਗਲਤ ਹੈ ਤੁਹਾਡੀ ਸੋਚ। ਕੋ ਸਤਨਾਮ ਸੀ, ਉਹ ਸਾਰੇ ਪਾਸੇ ਹੈ, ਆਲ ਰਾਉਂਡਰ ਹੈ। ਉਹਦਾ ਇੱਕੋ ਰਸਤਾ ਬਹੁਤ ਵਧੀਆ 10ਵੇਂ ਜਾਮੇ ਦੱਸਿਆ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦੇ ਨਾਲ ਘਰੇ ਬੈਠਿਆਂ ਵੀ ਪਾਇਆ ਜਾ ਸਕਦਾ ਹੈ, ਜਾਣ ਦੀ ਲੋੜ ਹੀ ਨਹੀਂ ਪੈਣੀ। ਸ੍ਰਿਸ਼ਟੀ ਨਾਲ ਪ੍ਰੇਮ ਕਰੋ, ਕੁਦਰਤ ਨਾਲ ਪ੍ਰੇਮ ਕਰੋ। ਇਸ ਪਿਆਰ ਦੇ ਵਿੱਚੋਂ ਹੀ ਤੁਹਾਨੂੰ ਦਿਖਾਈ ਦੇਵੇਗਾ, ਫੀਲ ਹੋਵੇਗਾ, ਆਨੰਦ ਆਵੇਗਾ। ਤੀਜੇ ਪਾਤਸ਼ਾਹ ਨੇ ਉਸ ਪਰਮੇਸ਼ਰ ਦਾ ਨਾਮ ਆਨੰਦ ਰੱਖਿਆ ਹੈ। ਕਹਿੰਦੇ ਉਹ ਆਨੰਦ ਹੈ। ਦੁਨੀਆ ਆਨੰਦ ਭਾਲਦੀ ਫਿਰਦੀ ਹੈ, ਪਰ ਜਿਹੜੀਆਂ ਚੀਜ਼ਾਂ ਨੂੰ ਇਹ ਆਨੰਦ ਕਹਿੰਦੀ ਉਹ ਆਨੰਦ ਹੈ ਨਹੀਂ। ਆਨੰਦ ਹੀ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ।
ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਪਣੇ ਆਪੇ ਦੇ ਵਿੱਚ ਹੈ ਉਹ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਉਸ ਅਸਲੀ ਆਤਮਕ ਆਨੰਦ ਦੀ ਸਮਝ ਗੁਰੂ ਕੋਲੋਂ ਆਈ। ਕਹੋ ਸਤਨਾਮ ਸ੍ਰੀ। ਮਹਾਰਾਜ ਉਹ ਕਿੱਥੇ ਰਹਿੰਦਾ ਹੈ? ਕਹਿਣ ਲੱਗੇ ਜਿਨ੍ਹਾਂ ਨੇ ਉਹਨੂੰ ਦੱਸਣ ਦੀ ਕੋਸ਼ਿਸ਼ ਕੀਤੀ, ਜਿਵੇਂ ਭਗਤ ਨਾਮਦੇਵ ਜੀ ਵੀ ਇਹ ਗੱਲ ਕਹਿੰਦੇ ਹਨ। ਕੋਈ ਬੋਲੇ ਨਿਰਭਾ, ਕੋਈ ਬੋਲੇ ਦੂਰ, ਕੋਈ ਕਹਿੰਦਾ ਰੱਬ ਨੇੜੇ ਹੈ, ਕੋਈ ਕਹਿੰਦਾ ਦੂਰ ਹੈ। ਇਹ ਤਾਂ ਐਡੇ ਐਡੇ ਗੱਪ ਮਾਰ ਰਹੇ ਹੋ ਜਿਵੇਂ ਕੋਈ ਕਹੇ ਜਲ ਕੀ ਮਛਲੀ ਚਰੇ ਖੰਜੂਰ, ਵੀ ਪਾਣੀ ਦੀ ਮੱਛੀ ਖੰਜੂਰਾਂ ਤੇ ਚੜ ਗਈ। ਇਹ ਝੂਠ ਆ, ਨਾ ਨੇੜੇ ਆ ਨਾ ਦੂਰ ਹੈ। ਗਾਵੇ ਕੋ ਜਾਪੈ ਦਿਸੈ ਦੂਰ, ਜਿਹੜਾ ਉੱਚੀ ਉੱਚੀ ਬੋਲਦਾ ਖਣੀ ਦੂਰੋਂ ਵਾਜਾ ਮਾਰਦਾ। ਮੁੱਲਾ ਮੁਨਾਰੇ ਕਿਆ ਚੜੇ, ਸਾਈਂ ਨਾ ਬਹਿਰਾ ਹੋਏ। ਜਾਂ ਕਾਰਨ ਤੂੰ ਬਾਗਦੇ ਦਿਲ ਹੀ ਭੀਤਰ ਜੋਏ, ਆਪਣੇ ਅੰਦਰੋਂ ਜੋ ਲੱਭਣਾ ਕਰ ਉਹ ਬਾਹਰ ਨਹੀਂ ਹੈ। ਕਹੋ ਸਤਨਾਮ ਸੀ। ਤੇਰੇ ਕੋਲ ਵੀ ਹੈ, ਸ੍ਰਿਸ਼ਟੀ ਵਿੱਚ ਵੀ ਹੈ। ਤਾਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਕੋਈ ਬੋਲੇ ਨਿਰਭਾ, ਕੋਈ ਬੋਲੇ ਦੂਰ, ਜਲ ਕੀ ਮਛਲੀ ਚਰੇ ਖੰਜੂਰ। ਕਾਹੇ ਰੇ ਬਕਵਾਦ ਲਾਇਓ, ਕਿਉਂ ਗੱਪ ਮਾਰੇ ਹੈ? ਮੈਂ ਸਾਡੇ ਮਾਲ ਵਿੱਚ ਇਹਨੂੰ ਬਕਵਾਸ ਕਹਿ ਦਿਓ, ਸ਼ਬਦ ਦੇ ਅਰਥ ਇਸ ਦੇ ਬਕਵਾਸ, ਗੱਪ। ਕਿਉਂ ਗੱਪ ਮਾਰਿਆ? ਜਿਨ ਹਰ ਪਾਇਓ ਤਿਨੇ ਛਪਾਇਓ। ਜਿਨ੍ਹਾਂ ਨੇ ਪਾਲਿਆ ਉਹ ਉਹਦੇ ਵਿੱਚ ਮਿਲ ਗਏ, ਉਹ ਦੱਸਣ ਜੋਗੇ ਨਹੀਂ ਰਹੇ। ਕਹੋ ਸਤਨਾਮ ਸੀ। ਉਹਦਾ ਰੂਪ ਹੋ ਗਏ, ਹਰ ਕਾ ਸੇਵਕ ਸੋ ਹਰ ਜਿਹਾ। ਉਹਨਾਂ ਵਿੱਚੋਂ ਲੱਛਣ ਆ ਗਏ, ਉਹ ਗੁਣ ਆ ਗਏ ਪਰਮੇਸ਼ਰ ਦੇ, ਉਹਦਾ ਰੂਪ ਹੀ ਹੋ ਗਏ। ਉਹ ਸਰੀਰ ਤੋਂ ਬਾਹਰ ਉੱਠ ਗਏ, ਸਰੀਰ ਛੱਡਿਆ ਨਹੀਂਗਾ, ਸਰੀਰ ਤੋਂ ਉੱਚੀ ਉੱਠ ਗਈ। ਸੁਰਤ ਉਹਨਾਂ ਦੀ ਉੱਚੀ ਹੋ ਗਈ, ਮਨ ਨੀਵਾਂ, ਮਤ ਉੱਚੀ ਹੋ ਗਈ। ਜਿਹੜੇ ਮਨ ਨੂੰ ਹੰਕਾਰ ਦੀ ਹਵਾ ਚੜੀ ਸੀ ਉਹ ਡਾਊਨ ਹੋ ਗਿਆ ਜਦ ਵਿੱਚੋਂ ਹਵਾ ਨਿਕਲ ਗਈ। ਆ ਗੁਬਾਰਾ ਵਿੱਚ ਹਵਾ ਭਰ ਦਿਓ ਤਾਂ ਨੂੰ ਜਾਂਦਾ, ਹਵਾ ਨਿਕਲ ਕੇ ਧਰਤੀ ਤੇ ਆ ਜਾਂਦਾ। ਇਹੀ ਹਾਲ ਸਾਡੇ ਮਨ ਦਾ ਹੈ। ਕਹੋ ਸਤਨਾਮ ਸ੍ਰੀ। ਇਸ ਕਰਕੇ ਪ੍ਰੀਤਮ ਜੀ ਕਹਿੰਦੇ ਬਾਬਾ ਅੱਲਾਹ ਆਗਮ ਅਪਾਰ, ਪਰਮੇਸ਼ਰ ਬੜਾ ਬੇਅੰਤ ਹੈ, ਪਰੇ ਤੋਂ ਪਰੇ ਹੈ। ਪਾਕੀ ਨਾਈ, ਪਾਕ ਹੁੰਦਾ ਪਵਿੱਤਰ। ਪਾਕ ਪਵਿੱਤਰ ਸ਼ਬਦ ਇਕੱਠਾ ਵੀ ਵਰਤਿਆ ਜਾਂਦਾ। ਤਾਂ ਉਹ ਕਹਿਣ ਲੱਗੇ ਮਹਾਰਾਜ ਉਹ ਕਿੱਥੇ ਰਹਿੰਦਾ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਤਾਂ ਜਿਹਨੇ ਜਾਣਿਆ ਉਸੇ ਨੂੰ ਪਤਾ ਹੈ, ਤੇ ਜਿਹਨੇ ਜਾਣਿਆ ਉਹ ਦੱਸ ਨਹੀਂ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜਿਵੇਂ ਕਬੀਰ ਸਾਹਿਬ ਜੀ ਵੀ ਕਹਿੰਦੇ ਹਨ, ਜੇ ਗੂੰਗੇ ਨੂੰ ਕਹੀਏ ਆਪਾਂ ਵੀ ਤੂੰ ਕੱਛਾਂ ਮਾਰੀ ਜਾਂਦਾ, ਉਹ ਗੁੜ ਖਾ ਕੇ ਨਾ, ਕਿਉਂਕਿ ਜਦੋਂ ਅੰਦਰ ਕੋਈ ਸਵਾਦ ਆਉਂਦਾ, ਕੋਈ ਆਨੰਦ ਆਉਂਦਾ ਬੰਦੇ ਦੇ ਅੰਦਰੋਂ, ਉਹ ਆਪਣੇ ਇੰਦਰੀਆਂ ਰਾਹੀਂ ਜ਼ਾਹਰ ਹੁੰਦਾ। ਜੇ ਉਹਨੂੰ ਬੋਲ ਨਹੀਂ ਸਕਦਾ ਗੂੰਗਾ, ਤਾਂ ਉਹਦੇ ਚਿਹਰੇ ਤੇ ਖੁਸ਼ੀ ਆ ਜੂਗੀ, ਉਹਨੂੰ ਕੱਛਾ ਮਾਰੂਗਾ, ਜ਼ਿਆਦਾ ਹੀ ਖੁਸ਼ੀ ਆ ਗਈ। ਤਾਂ ਚਲੋ ਮੈਂ ਤੁਹਾਡੀ ਗੱਲ ਕਰ, ਤੁਸੀਂ ਬੋਲਣ ਜਾਣਦੇ ਹੋ। ਤੁਸੀਂ ਗੁੜ ਖਾਦਾ, ਤੁਸੀਂ ਗੁੜ ਖਾ ਕੇ ਤੁਹਾਨੂੰ ਕੋਈ ਪੁੱਛੇ ਵੀ ਕਿਹੋ ਜਿਹਾ, ਤੁਸੀਂ ਕਹੋਗੇ ਮਿੱਠਾ ਹੈ। ਹੁਣ ਅਗਲਾ ਦੂਜਾ ਸਵਾਲ ਕਰਦਾ ਮਿੱਠਾ ਕਿਹੋ ਜਿਹਾ। ਹੁਣ ਦੱਸੋ ਵੀ ਤੁਸੀਂ ਅੱਗੇ ਕੀ ਦੱਸੋਗੇ ਉਸ ਨੂੰ? ਕਹੋ ਸਤਨਾਮ ਸ੍ਰੀ। ਤੁਸੀਂ ਫੇਰ ਕਹਿ ਦਿਓਗੇ ਮਿੱਠਾ ਹੈ। ਉਹ ਫੇਰ ਪੁੱਛੇ ਮਿੱਠਾ ਕਿਹੋ ਜਿਹਾ ਮਿੱਠਾ। ਹੁਣ ਮਿੱਠੇ ਵਾਸਤੇ ਕੋਈ ਸ਼ਬਦ ਨਹੀਂ ਹੈਗਾ, ਉਹਨੂੰ ਇਹ ਕਹਿਣਾ ਪਊਗਾ ਭਰਾਵਾ ਤੂੰ ਖਾ ਕੇ ਦੇਖ ਲੈ, ਮੈਨੂੰ ਨਹੀਂ ਪਤਾ ਇਦੂਗਾ। ਹਾਂ ਕਹੋ ਸਤਨਾਮ। ਪਤਾ ਲੱਗ ਗਿਆ, ਲੇਕਿਨ ਮਿੱਠੇ ਦਾ ਸ਼ਬਦ ਕੋਈ ਨਹੀਂ ਅੱਗੇ ਦੱਸਣ ਵਾਸਤੇ। ਮਿੱਠਾ ਕਿਹੋ ਜਿਹਾ, ਕੌੜਾ ਕਿਹੋ ਜਿਹਾ, ਇਹ ਤਾਂ ਸਾਡੀ ਜੀਭ ਦੱਸੂਗੀ ਨਾ ਅੱਗੇ ਜਾ ਕੇ। ਇਸੇ ਤਰ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ, ਬਾਬਾ ਜੀ ਕਹਿੰਦੇ ਉਹ ਕਹਿਣ ਜੋਗੇ ਨਹੀਂ ਰਹੇ, ਉਹ ਡੁੱਬ ਗਏ ਉਹਦੇ ਵਿੱਚ, ਇੱਕਮਿਕ ਹੋ ਗਏ, ਉਹਦਾ ਰੂਪ ਹੋ ਗਏ, ਉਹੀ ਹੋ ਗਏ। ਉਹ ਪਾਕੀ ਨਾਈ ਪਾਕ ਥਾਏ, ਸੱਚਾ ਪਰਵਤਗਾਰ। ਉਹਦਾ ਨਾਮ ਸੱਚਾ ਹੈ, ਉਹਦਾ ਨਾਮ ਪਵਿੱਤਰ ਹੈ। ਜਿੱਥੇ ਉਹ ਪ੍ਰਗਟ ਹੋ ਜਾਂਦਾ ਹੈ, ਉਹ ਸਰੀਰ ਵੀ ਪਵਿੱਤਰ ਹੋ ਜਾਂਦਾ, ਉਹ ਥਾਂ ਵੀ ਪਵਿੱਤਰ ਹੋ ਜਾਂਦੀ ਹੈ। ਤੇ ਥਾਂ ਤੋਂ ਕੇਵਲ ਮਤਲਬ ਧਰਤੀ ਨਹੀਂ ਹੈ, ਇਹ ਧਰਤੀ ਵੀ ਸਲਾਹੁਣ ਯੋਗ ਹੈ। ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਪਰ ਜਿੱਥੇ ਉਹਦਾ ਨਾਮ ਵਸ ਗਿਆ, ਉਹ ਹਿਰਦਾ ਵੀ ਪਵਿੱਤਰ ਹੋ ਗਿਆ, ਉਹ ਬੰਦੇ ਦੀ ਬੋਲ ਬਾਣੀ ਦੇ ਵਿੱਚ ਬਦਲਾਅ ਆ ਜਾਊਗਾ। ਕਹੋ ਸਤਨਾਮ ਸ੍ਰੀ।
ਹੁਣ ਪਰਮੇਸ਼ਰ ਦੇ ਬਾਰੇ ਬਾਬੇ ਨਾਨਕ ਜੀ ਨੇ ਬੜਾ ਸਮਝਾਉਣਾ ਕੀਤਾ, ਪਰ ਕਈ ਥਾਵਾਂ ਤੇ ਜਾ ਕੇ ਇਹ ਵੀ ਕਹਿ ਦਿੰਦੇ ਹਨ, ਹੋਰ ਕੇਤੇ ਗਾਵਣ ਸੇ ਮੈਂ ਚਿਤ ਨ ਆਵਣ, ਨਾਨਕ ਕਿਆ ਵਿਚਾਰੇ ਤੇਰੀ ਪੂਰੀ ਵਿਚਾਰ ਕੌਣ ਦੱਸੇ। ਕਹੋ ਸਤਨਾਮ। ਦੱਸੀ ਨਹੀਂ ਜਾ ਸਕਦੀ, ਉਹ ਹੈ ਹੀ ਐਸਾ। ਜਿਵੇਂ ਮੈਂ ਤੁਹਾਨੂੰ ਉਦਾਹਰਨ ਦਿੱਤੀ ਵੀ ਗੁੜ ਤਾਂ ਕਹਿ ਦਿਓਗੇ, ਪਰ ਮਿੱਠੇ ਬਾਰੇ ਦੱਸ ਕੇ ਵਿਖਾਓ ਵੀ ਮਿੱਠਾ ਕਿਹੋ ਜਿਹਾ। ਹੁਣ ਕਹੋ ਸਤਨਾਮ ਸੀ। ਇਹੀ ਕਹਿਣਾ ਪਊਣਾ ਵੀ ਤੂੰ ਖਾ ਕੇ ਦੇਖ ਲੈ, ਮੈਨੂੰ ਨਹੀਂ ਦੂਗਾ ਪਤਾ। ਮੈਨੇ ਪਤਾ ਹੁੰਦਾ ਹੈ, ਫੀਲ ਕੀਤਾ ਖਾ ਕੇ ਮਿੱਠਾ, ਪਰ ਦੱਸਣ ਜੋਗਾ ਸ਼ਬਦ ਨਹੀਂ ਹੈ ਉਹਦੇ ਕੋਲ। ਕਹੋ ਸਤਨਾਮ ਸੀ। ਬਾਬਾ ਜੀ ਕਹਿੰਦੇ ਭਲਿਓ ਕਿਆ ਦੱਸਾਂ, ਉਹ ਪਵਿੱਤਰ ਹੈ, ਉਹਦਾ ਨਾਮ ਪਵਿੱਤਰ ਹੈ। ਜਿੱਥੇ ਉਹ ਵਸ ਗਿਆ ਉਹ ਥਾਂ ਵੀ ਪਵਿੱਤਰ ਹੋ ਗਿਆ। ਸੱਚਾ ਪਰਵਰਦਿਗਾਰ, ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਸੱਚਾ ਹੈ, ਸਰਬ ਕਲਾ ਸਮਰੱਥ ਹੈ। ਉਸ ਦੇ ਬਾਰੇ ਮੈਂ ਕੀ ਦੱਸਾਂ, ਉਸ ਦਾ ਭੇਸ ਉਚਾਰਨ ਨਹੀਂ ਕੀਤਾ ਜਾ ਸਕਦਾ। ਕੁਰਾਨ ਕਤੇਬ ਤੇ ਪਾਕ ਉਹ ਇਹਨਾਂ ਗ੍ਰੰਥਾਂ ਤੋਂ ਵੀ ਪਵਿੱਤਰ ਹੈ। ਇਸੇ ਕਰਕੇ ਗ੍ਰੰਥ ਪਵਿੱਤਰ ਹੈ ਕਿ ਇਹਨਾਂ ਵਿੱਚ ਉਹਦਾ ਨਾਮ ਆ ਗਿਆ। ਕੋ ਸਤਨਾਮ। ਉਹ ਤਾਂ ਇਦੋਂ ਵੀ ਪਰੇ ਹੈ। ਸਾਚ ਕਹੋ ਸੁਣ ਲਿਓ ਸਭ ਹੈ। ਇਸ ਗੁਰਬਾਣੀ ਨੂੰ ਜਿਨ੍ਹਾਂ ਨੇ ਪੜ੍ਹ ਕੇ ਵਿਚਾਰ ਕੇ ਉਹਨਾਂ ਭਾਵਨਾਵਾਂ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰ ਲਿਆ, ਉਹ ਤਾਂ ਰੱਬ ਤੋਂ ਵੀ ਉੱਤੇ ਹੋ ਗਏ। ਇਹ ਗੱਲ ਬਾਣੀ ਚੋਂ ਪੜ੍ਹ ਲਓ। ਸੱਚੋਂ ਉਰੇ ਸਭ ਕੋ, ਇਹ ਸਾਰਾ ਸੰਸਾਰ ਝੂਠਾ ਖਤਮ ਹੋਲਾ ਸੱਚ ਤੋਂ ਥੱਲੇ ਹੈ। ਪੁੱਛਣ ਵਾਲਾ ਪੁੱਛਦਾ ਇਦੋਂ ਅੱਗੇ ਵੀ ਕੋਈ ਹੈ? ਠੀਕ ਆ, ਮੰਨਿਆ ਤੁਹਾਡੀ ਗੱਲ ਵੀ ਸਾਰੀ ਦੁਨੀਆ ਸੱਚ ਤੋਂ ਪਰਮੇਸ਼ਰ ਤੋਂ ਥੱਲੇ ਆ, ਕਿਉਂਕਿ ਪਰਮੇਸ਼ਰ ਦੀ ਬਣਾਈ ਹੋਈ ਆ। ਜਿਹੜੀਆਂ ਚੀਜ਼ਾਂ ਤੁਸੀਂ ਬਣਾਈਆਂ ਉਹ ਤੁਹਾਡੇ ਤੋਂ ਛੋਟੀਆਂ, ਤੁਸੀਂ ਉਹਨਾਂ ਨੂੰ ਢਾਹ ਸਕਦੇ ਹੋ, ਦੁਬਾਰਾ ਬਣਾ ਸਕਦੇ ਹੋ, ਪਰ ਉਹ ਚੀਜ਼ਾਂ ਤੁਹਾਨੂੰ ਨਹੀਂ ਬਣਾ ਸਕਦੀਆਂ। ਆਪਾਂ ਨੂੰ ਪਰਮੇਸ਼ਰ ਨੇ ਬਣਾਇਆ, ਪਰਮੇਸ਼ਰ ਆਪਾਂ ਨੂੰ ਢਾਹ ਸਕਦਾ, ਦੁਬਾਰੇ ਬਣਾ ਸਕਦਾ, ਪਰ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਪਰਮੇਸ਼ਰ ਨਹੀਂ ਬਣਾ ਸਕਦੇ। ਕੋ ਸਤਨਾਮ ਸ੍ਰੀ। ਇਸ ਕਰਕੇ ਪਾਕੀ ਨਾਈ ਪਾਕ ਥਾਏ, ਸੱਚਾ ਪਰਵਰਦਗਾਰ ਉਹ ਆਪ ਪਵਿੱਤਰ ਹੈ, ਉਹਦਾ ਨਾਮ ਪਵਿੱਤਰ ਹੈ, ਉਹ ਦੁਨੀਆ ਨੂੰ ਪਾਲਣ ਵਾਲਾ ਹੈ। ਰਹਾਓ ਫਿਰ ਮਹਾਰਾਜ ਉਹਦੇ ਬਾਰੇ ਕਿਵੇਂ ਕਿਹਾ ਜਾ ਸਕਦਾ ਹੈ? ਕੁਰਾਨ ਕਤੇਬ ਤੇ ਪਾਕ ਬਚਨ ਪੜ੍ਹਿਆ ਸੀ। ਇਹਨਾਂ ਗ੍ਰੰਥਾਂ ਤੋਂ ਵੀ ਪਵਿੱਤਰ ਕੀ ਹੈ? ਉਹ ਖੁਦ ਸੱਚੋ ਉਰੇ ਸਭ ਕੋ। ਉੱਪਰ ਕੌਣ? ਤੁਹਾਡੇ ਚੋਂ ਉੱਪਰ ਕੌਣ? ਸੱਚ ਨੂੰ, ਜਿਨ੍ਹਾਂ ਨੇ ਸੱਚ ਨੂੰ ਜੀਵਨ ਵਿੱਚ ਧਾਰਨ ਕਰ ਲਿਆ। ਸੱਚੋ ਉਰੇ ਸਭ ਕੋ, ਉੱਪਰ ਸੱਚ ਆਚਾਰ, ਜਿਨ੍ਹਾਂ ਦੇ ਚਾਲ ਚੱਲਣ ਵਿੱਚ ਸੱਚ ਆ ਗਿਆ, ਜਿਨ੍ਹਾਂ ਨੇ ਰੱਬ ਦੇ ਲੱਛਣਾਂ ਨੂੰ ਗ੍ਰਹਿਣ ਕਰ ਲਿਆ। ਰੱਬ ਦੇ ਲੱਛਣ ਮੂਲ ਮੰਤਰ 'ਚ ਹੈ, ਇੱਕ ਓੰਕਾਰ, ਸਤ ਨਾਮ, ਉਹਦਾ ਨਾਮ ਵੀ ਸਤ ਹੈ, ਉਹ ਵੀ ਸਤ ਹੈ। ਸਤਨਾਮ ਦਾ ਅਰਥ ਇਕੱਠਾ, ਉਹ ਆਪ ਵੀ ਸਤ ਹੈ, ਉਹਦਾ ਨਾਮ ਵੀ ਸਤ ਹੈ। ਸਤਨਾਮ ਕਰਤਾ ਪੁਰਖ, ਉਹ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਨਿਰਭਉ ਨਿਰਵੈਰ, ਉਹ ਡਰਦਾ ਤੇ ਡਰਾਉਂਦਾ ਨਹੀਂ, ਪਰ ਆਪਾਂ ਡਰਦੇ ਡਰਾਉਂਦੇ ਆ। ਜਦੋਂ ਡਰਨੋਂ ਤੇ ਡਰਾਉਣੋਂ ਹਟ ਗਏ, ਤੁਸੀਂ ਵੀ ਉਸ ਰਾਹ ਤੇ ਚੱਲ ਪਾਓਗੇ। ਕਹੋ ਸਤਨਾਮ ਸ੍ਰੀ। ਅਕਾਲ ਉਹ ਸਮੇਂ ਤੋਂ ਬਾਹਰ ਹੈ, ਉਹ ਜਿਹੜਾ ਹੈ ਮੌਤ ਤੋਂ ਵੀ ਬਾਹਰ ਹੈ। ਉਹਨੂੰ ਪੈਦਾ ਕਰਨ ਵਾਲਾ ਕੋਈ ਮਾਂ ਪਿਓ ਨਹੀਂ। ਅਕਾਲ ਮੂਰਤ ਅਜੂਨੀ, ਉਹ ਜੰਮਦਾ ਨਹੀਂ, ਉਹ ਪ੍ਰਗਟ ਹੁੰਦਾ ਹੈ ਜਿੱਥੇ ਮਰਜੀ ਕਿਸੇ ਚੋਂ ਬੋਲ ਪਵੇ। ਉਹ ਰਵਿਦਾਸ ਜੀ ਚੋਂ ਬੋਲ ਪਿਆ, ਕਬੀਰ ਸਾਹਿਬ ਚੋਂ ਬੋਲ ਪਿਆ, ਨਾਮਦੇਵ ਜੀ ਚੋਂ ਬੋਲ ਪਿਆ, ਹੋਰ ਤਾਂ ਹੋਰ ਛੱਜੂ ਮਹਿਰੇ ਚੋਂ ਬੋਲ ਪਿਆ। ਉਹ ਕਿਤੋਂ ਵੀ ਬੋਲ ਸਕਦਾ ਹੈ, ਕਿਉਂਕਿ ਉਹ ਸ਼ਬਦ ਹੈ। ਕਹੋ ਸਤਨਾਮ ਸ੍ਰੀ। ਉਹਦੀ ਬਾਡੀ ਕੋਈ ਨਹੀਂ। ਜੇ ਬਾਡੀ ਹੁੰਦੀ ਤੇ ਗੁਰੂ ਸਾਹਿਬ ਇਹ ਨਾ ਕਹਿੰਦੇ ਚੱਕਰ ਚਿਹਨੀ ਅਰ ਵਰਨ ਜਾਤੀ ਅਰ ਪਾਤ ਨਾਹਿਨ ਜੇ, ਪਰ ਆ ਸਾਰੀਆਂ ਬਾਡੀਆਂ ਉਸੇ ਦੀਆਂ। ਬਾਬਾ ਨਾਨਕ ਕਹਿਣ ਲੱਗਿਆ, ਸਹਿਸ ਤਬ ਨੈਣ ਨਾਨ ਨੈਣ ਹਾਹੇ ਤੋਹੇ ਕੋ, ਸਹਿਸ ਮੂਰਤ ਨਾਨਾ ਏਕ ਤੋਹੀ। ਕੋਈ ਇੱਕ ਫੋਟੋ ਨਹੀਂ ਹੈ ਉਸ ਦੀ, ਕੋਈ ਇੱਕ ਸਰੀਰ ਨਹੀਂ ਹੈ। ਇਹਨਾਂ ਹਜ਼ਾਰਾਂ ਸਰੀਰਾਂ 'ਚ ਉਹੀ ਵਰਤ ਰਿਹਾ ਹੈ। ਕੁਦਰਤ ਕਰਕੇ ਵਸਿਆ ਸੋਏ। ਕਿੰਨੇ ਕਲੀਅਰ ਕੱਟ ਕਰਕੇ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ। ਇੰਨਾ ਗਿਆਨ ਅੱਜ ਤੱਕ ਕਿਸੇ ਨੇ ਨਹੀਂ ਸੀ ਦਿੱਤਾ। ਕਹੋ ਸਤਨਾਮ ਸ੍ਰੀ।
तो प्रीतम जी कहते दसो मैं ਉਹਦੇ बारे क्या दसा जिन्हां ने ਉਹਨੂੰ पालिया उसने दसना ही बंद करता, वो दस ही नहीं सकता, दसन वाले शब्द ही है नहीं ਉਹਦੇ ਕੋਲ। पाकी नाई पाक थाए सच्चा परवदगार रहाओ। महाराज जी चलो मन्निया तुसी ਉਹਦੇ बारे नहीं दस सकते, ਉਹਦਾ ਸਰੂਪ नहीं हैगा, ਉਹਨੂੰ ਅਨੁਭਵ ਕੀਤਾ ਜਾ ਸਕਦਾ, ਮਿੱਠੇ ਨੂੰ ਅਨੁਭਵ ਕੀਤਾ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ ਕਹਾ। ਤੁਸੀਂ ਆਪ ਮਿੱਠਾ ਖਾ ਕੇ ਅਨੁਭਵ ਕਰ ਸਕਦੇ ਹੋ, ਪਰਮੇਸ਼ਰ ਨੂੰ ਅਨੁਭਵ ਕੀਤਾ ਜਾ ਸਕਦਾ ਹੈ, ਫੀਲ ਕੀਤਾ ਜਾ ਸਕਦਾ ਹੈ, ਲੇਕਿਨ ਦੱਸਣਾ ਨਹੀਂ ਜਾ ਸਕਦਾ। ਚੱਕਰ ਚਿਹਨ ਅਰ ਵਰਨ ਜਾਤੀ ਅਰ ਪਾਤ ਨੈਣ ਜੇ ਰੂਪ ਰੰਗ ਅਰ ਰੇਖ ਪੇ ਕੋਊ ਕਹਿ ਨਾ ਸਕਤ ਕਹੇ ਅਚਲ ਮੂਰਤ ਸਦਾ ਰਹਿਣ ਵਾਲਾ ਹੈ। ਐਸਾ ਵੀ ਨਹੀਂ ਹੈ ਕਿ ਉਹ ਹੈ ਹੀ ਨਹੀਂਗਾ, ਜੇ ਉਹਦਾ ਸਰੂਪ ਹੈ ਨਹੀਂ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਹੈ ਹੀ ਨਹੀਂਗਾ, ਹੈਗਾ। ਅਨੁਭਵ ਪ੍ਰਕਾਸ਼ ਉਹਨੂੰ ਫੀਲ ਕਰੋ, ਆਪਣੇ ਦਿਮਾਗ ਦੇ ਵਿੱਚੋਂ ਜਾਣੋ, ਆਪਦੀ ਅੰਦਰੋਂ ਜਾਣੋ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਉਹਨੂੰ ਖੋਜੋ, ਆਪਦੀ ਅੰਦਰੋਂ ਖੋਜੋ, ਹੈਗਾ ਹੈ ਤਾਂ ਸਹੀ, ਲੱਖ ਹੈ ਜੋ ਕੋਈ ਜਾਣਨਾ ਤਾਂ ਕਰੇ ਨਾ, ਤੇ ਜਿਹਨੇ ਜਾਣ ਲਿਆ ਤਬ ਉਹੀ ਉਹ ਇਹ ਨਾ ਹੋਈ, ਫਿਰ ਇਹ ਖਤਮ ਹੋ ਗਿਆ। ਤੂੰ ਕਰਤੇ तू भया मुझ में रहा ना हूं, जब आपा पर का मिट गया जब देखो ता तू, फिर ये नहीं रहता जब वो आ गया। जब हम होते तब तू नहीं, जिन्ना चिर मेरे च मैं दी हवा बड़ी हुई सी उन्ना चिर तू नहीं आया। हुण ये खाली हो गया, मैं दी हवा निकल गई, हुण तू आ गया। को सतनाम सी। जब हम होते तब तू नहीं, अब तू ही मैं नहीं। अनल अगम जैसे लहर मैं उदद, जल केवल जल माही। जिमें हर थां ते हवा है, जिमें समुंदर विच पानी है, समुंदर दे बुलबुलियां विच भी पानी है। उन्हां 9 बुलबुले टेक गया, जद फुट गए फिर समुंदर बन जाणगे। समुंदर दियां लहरां विच भी पानी है, पर नाम लहर टेक गया क्योंकि समुंदर तो बाहर आ गईयां, जद वापस जाणगियां फिर समुंदर बन जाणगियां। अनल अगम जैसे लहर मैं उदद, लहरां विच पानी है, आपां सारे लहरां परमेश्वर दियां, बस आपां बाहर निकल गए। जिदे वापस मुड़ पे फिर परमेश्वर हो जाओगे। को सतनाम श्री। मेरे प्रीतम जी कहने भाई की दसीए, ਉਹ ਆਪ ਪਵਿੱਤਰ ਹੈ, ਜਿੱਥੇ ਉਹ ਵਸ ਗਿਆ ਉਹ ਥਾਂ ਪਵਿੱਤਰ ਹੋ ਜਾਂਦਾ। ਰਹਾਓ ਕਹਿੰਦੀ ਉਹਦੇ ਹੁਕਮ ਬਾਰੇ ਦੱਸ ਦਿਓ। ਜਪਜੀ ਸਾਹਿਬ ਦੀ ਵੀ ਇਹੀ ਕਥਾ ਹੈ। ਜਾਂ ਨਹੀਂ ਸਮਝ ਆ ਰਹੀ ਪੁੱਛਣ ਵਾਲਿਆਂ ਨੂੰ, ਫਿਰ ਅਗਲਾ ਸਵਾਲ ਪੁੱਛਦੇ ਆ, ਕਹਿੰਦੇ ਚਲੋ ਉਹਦੇ ਬਾਰੇ ਨਹੀਂ ਸਮਝ ਦੱਸ ਰਹੇ ਤਾਂ ਉਹਦਾ ਹੁਕਮ ਹੀ ਦੱਸ ਦਿਓ। ਕਹਿੰਦੇ ਹੁਕਮ ਵੀ ਨਹੀਂ ਦੱਸਿਆ ਜਾ ਸਕਦਾ, ਇਸ ਹੁਕਮ ਨੂੰ ਬੁੱਝਣਾ ਵੀ ਬੜਾ ਔਖਾ ਹੈ। ਤੇਰਾ ਹੁਕਮ ਨ ਜਾਪੀ ਕੇਤੜਾ, कहते लिख के दस दियो, कहते लिखिया भी नहीं जा सकता। को सतनाम सी। हुण ओह हुक्म साडे अंदर आउंदा सब दे, तुसीं घरों तुरे हो उसे हुक्म नूं सुन के, रस्ते विच जो भी कीता ओह हुक्म तुहाडे अंदर आया फुरने दे रूप च, इत्थे आके बैठ गए, इत्थे समाप्ति हो जूगी। जिन्ना चिर तुहाडे अंदर ओहदा हुक्म नहीं आउंदा तुसीं बैठे रहोगे सुन समान, ते फिर अंदर हुक्म आऊगा चलिए घरे, हुण भोग पै गया, हुण तां तुसीं घर नूं तुर पओगे। ओह कौन है, ओह हुक्म कौन दसे, ओहदा हुक्म किहो जिहा है। महाराज किरपा करके ओहदे हुक्म दे बारे दस दिओ, उस परमेश्वर दा हुक्म किड्डा है। कहंदे हुक्म बारे क्या दसां, हुक्म किते एक वारी आउंदा ही रहिंदा। हुक्मी होवन आकार हुक्म ना कहया जाई, हुक्मी होवन जी। आ सारे आपां सारे उस हुक्म चों पैदा होए हैं। जीवां दे विचों जीव पैदा होना उस हुक्म दे नाल है। इसे हुक्म नूं पातशाह ने शब्द कहा। शब्दे धरती शब्दे आकाश, शब्द है शब्द भया प्रकाश। वो शब्द भी हुक्म है। हुक्मी होवन आकार हुक्म ना कहया जाई। जिन्ने आकार बने, शुरुआत आदि मनुख दी लै लो, जंगलों च बसदा सीगा,
कुछ नहीं सी बनिया, ना सोई सी, ना सिलाई सी, ना कंप्यूटर युग सी, ना कोई हैलीकाप्टर सी। जब जीव शुरुआत हुई, ਜਿਹੜਾ ਸਾਡੇ ਤੋਂ ਪਹਿਲਾਂ हज़ारां साल ਪਹਿਲਾਂ आदि मनुख सी, ਉਹਦੇ ਕੋਲ कुछ भी नहीं ਸੀਗਾ। ਉਹਦਾ ਕੱਪੜੇ ਵੀ नहीं ਪਾਉਂਦਾ ਸੀਗਾ, ਇਦਾਂ ਹੀ ਫਿਰਦਾ ਸੀ, ਕਿਉਂਕਿ ਉਹਦੇ ਅੰਦਰ ਹਜੇ ਹੁਕਮ ਹੀ ਨਹੀਂ ਪੂਰਾ ਆ ਰਿਹਾ ਸੀ। ਕੋਈ ਸਤਨਾਮ ਸੀ। ਜਿਵੇਂ ਜਿਵੇਂ ਉਹਦੇ ਅੰਦਰ ਹੁਕਮ ਆਉਂਦਾ ਗਿਆ, ਇੱਕ ਦਿਨ ਐਸਾ ਹੁਕਮ ਆਇਆ, ਉਹ ਛੇਰਾਂ ਬਘਿਆੜਾਂ ਤੋਂ ਡਰਦਾ ਸੀ। ਆਦਿ ਮਨੁੱਖ, ਜੰਗਲੀ ਮਨੁੱਖ, ਇਹ ਮਗਰ ਪੈ ਜਾਂਦੇ, ਉਹ ਡਰਦਾ ਭੱਜ ਲੈਂਦਾ। ਪਸ਼ੂਆਂ ਦੀ ਨਿਆਈ ਝੁੰਡਾਂ ਦੇ ਰੂਪ ਦੇ ਵਿੱਚ ਰਹਿੰਦਾ ਮਨੁੱਖ, ਇਕੱਠੇ ਰਹਿੰਦੇ, ਕੋਈ ਜਾਤ ਪਾਤ ਨਹੀਂ ਸੀ, ਕੁਛ ਵੀ ਨਹੀਂ ਸੀਗਾ ਉਹਨਾਂ ਸਮਿਆਂ ਦੇ ਵਿੱਚ। ਇੱਕ ਦਿਨ ਅੱਗ ਲੱਗੀ ਜੰਗਲ ਨੂੰ, ਕੁਦਰਤੀ ਆਕਾਸ਼ੀ ਬਿਜਲੀ ਡਿੱਗੀ ਤੇ ਅੱਗ ਲੱਗ ਗਈ। ਜਿਹੜੇ ਜੰਗਲੀ ਜਾਨਵਰ ਸੀ ਉਹ ਭੱਜਣੇ ਸ਼ੁਰੂ ਹੋ ਗਏ, ਤੇ ਆਦਿ ਮਨੁੱਖ ਨੇ ਸੋਚਿਆ ਵੀ ਆਹ ਤਾਂ ਕੋਈ ਦੇਵਤਾ ਪ੍ਰਗਟ ਹੋ ਗਿਆ ਸਾਡੇ ਵਾਸਤੇ, ਦੇਖੋ ਇਹਨੇ ਭਜਾ ਦਿੱਤੇ ਦੁਸ਼ਮਣ ਸਾਡੇ। ਆਦਿ ਮਨੁੱਖ ਫਿਰ ਅੱਗ ਮਚਾ ਕੇ ਰਹਿਣ ਲੱਗ ਪਿਆ। ਉਹਨੂੰ ਅੱਗ ਮਚਾਉਣ ਦੀ ਹੁਕਮ ਆ ਗਿਆ, ਅਕਲ ਆ ਗਈ, ਮਚਾਉਣ ਲੱਗ ਪਿਆ। ਹੌਲੀ ਹੌਲੀ ਇਸ ਨੇ ਫਿਰ ਗੁਰੂ ਪਿਆਰਿਓ ਅੱਜ ਤੱਕ ਪਹੁੰਚਣਾ ਕੀਤਾ, ਤੇ ਅਕਸਰ ਤਾਂ ਇਹ ਹੁਕਮ ਨਾਲ ਹੀ ਹੋਇਆ ਨਾ। ਪਹਿਲਾਂ ਇਹਦੇ ਕੋਲੇ ਹੱਡਾਂ ਦੇ ਹਥਿਆਰ ਹੁੰਦੇ ਸੀਗੇ, ਜਾਨਵਰਾਂ ਦੇ ਹੱਡ, ਜਿਵੇਂ ਪਸਲੀਆਂ, ਇੱਕ ਪਸਲੀ ਤੋੜੀ ਕਿਰਪਾਨ ਜੀ ਬਣ ਗਈ, ਉਸੇ ਨਾਲ ਹੀ ਲੜ ਲੈਂਦੇ। ਕੋ ਸਤਨਾਮ ਸ੍ਰੀ। ਹੌਲੀ ਹੌਲੀ ਗੁਰੂ ਪਿਆਰਿਓ ਇਸ ਨੂੰ ਅਕਲ ਆਉਂਦੀ ਗਈ, ਮਤਲਬ ਹੁਕਮ ਆਉਂਦਾ ਗਿਆ। ਇਹਨੇ ਫਿਰ ਘਰ ਬਣਾਉਣੇ ਸ਼ੁਰੂ ਕੀਤੇ, ਝੌਂਪੜੀਆਂ, ਜਿਵੇਂ ਪਹਿਲਾਂ ਕਾਨੀਆਂ ਕੱਖਾਂ ਦੀਆਂ ਘਾਵਾਂ ਦੀਆਂ ਝੌਂਪੜੀਆਂ ਬਣਾਉਣੀ ਸ਼ੁਰੂ ਕੀਤੀਆਂ। ਹੌਲੀ ਹੌਲੀ ਮਨੁੱਖ ਦੇ ਅੰਦਰ ਹੁਕਮ ਆਉਂਦਾ ਗਿਆ, ਤੇ ਗੱਲ ਮੁਕਾਓ ਕਿ ਅੱਜ ਦੇ ਕੰਪਿਊਟਰ ਯੁੱਗ ਤੱਕ ਜੋ ਵੀ ਆਪਾਂ ਬਣਾਇਆ ਹੈ, ਇਹ ਹੁਕਮ ਦੇ ਵਿੱਚੋਂ ਨਿਕਲਿਆ। ਕੋ ਸਤਨਾਮ ਸੀ। ਉਹ ਕਹਿੰਦੇ ਉਹਦਾ ਹੁਕਮ ਹੀ ਦੱਸ ਦਿਓ, ਕਹਿੰਦੇ ਮੈਂ ਹੁਕਮ ਵੀ ਨਹੀਂ ਦੱਸ ਸਕਦਾ, ਕਿਉਂਕਿ ਹੁਕਮ ਅਜੇ ਹੋਰ ਆਉਣਾ ਹੈ ਅੱਗੋਂ। ਉਸ ਹੁਕਮ ਨੇ ਦੁਨੀਆ ਬਣਾਈ ਹੈ, ਹੁਕਮ ਨੇ ਢਾਉਣੀ ਹੈ। ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦ ਸ਼ਬਦ ਭਇਆ ਪ੍ਰਕਾਸ਼, ਸਗਲ ਸਮਗਰੀ ਸ਼ਬਦ ਕੇ ਪਾਛੈ, ਨਾਨਕ ਸ਼ਬਦ ਘਟੈ ਘਟ ਆਛੈ। ਸ਼ਬਦ ਕੋ ਚੀਨ ਭਾਈ, ਸ਼ਬਦ ਕੋ ਖੋਜ ਭਾਈ, ਸ਼ਬਦ ਕੇ ਚਾਨਣੇ ਇੱਕ ਵਸਤ ਪਾਈ। ਸ਼ਬਦ न जाने से अन्य बोले, से केते आए संसार। ਮਰ ਹੁਕਮ ਦੱਸੋ, ਕਹਿੰਦੇ ਤੇਰਾ ਹੁਕਮ ਨ ਜਾਪੀ ਕੇਤੜਾ, ਲਿਖ ਨ ਜਾਣੈ ਕੋਏ। ਮਹਾਰਾਜ ਐਡਾ ਕਿੱਡਾ ਕੁ ਹੁਕਮ ਹੈ, ਇੰਨੇ ਕਵੀ ਹੋ ਗਏ, ਇੰਨੇ ਲਿਖਣ ਵਾਲੇ ਹੋ ਗਏ, ਇੰਨੇ ਦੱਸਣ ਵਾਲੇ ਹੋ ਗਏ, ਇੰਨੇ ਅਵਤਾਰ ਆ ਗਏ, ਪੀਰ ਪੈਗੰਬਰ ਆ ਗਏ, ਰਿਸ਼ੀ ਮੁਨੀ ਆ ਗਏ, 4 ਵੇਦ ਲਿਖ ਦਿੱਤੇ, ਹਜੇ ਤੱਕ ਉਹ ਪੂਰਾ ਲਿਖਿਆ ਨਹੀਂ ਗਿਆ। ਕਹਿੰਦੇ ਨਹੀਂ ਲਿਖਿਆ ਗਿਆ। ਬਾਬਾ ਨਾਨਕ ਜੀ ਕਹਿੰਦੇ ਪੀਰ ਪੈਗੰਬਰ, ਕਹਿੰਦੇ ਇੰਨੇ ਲੋਕ ਆਏ ਕਿ ਉਹ ਲਿਖ ਨਹੀਂ ਸਕੇ, ਦੱਸ ਨਹੀਂ ਸਕੇ, ਹਜੇ ਪੂਰਾ ਹੋਇਆ ਨਹੀਂ ਰੱਬ ਦਾ ਵਿਆਖਿਆ। ਬਾਬਾ ਜੀ ਕਹਿੰਦੇ ਜੇ 100 ਸ਼ਾਇਰ ਮੇਲੀਐ, 100 ਕਵੀ ਇਕੱਠੇ ਬੈਠ ਜਾਣ, ਰੱਬ ਨੂੰ ਜਾਣਨ ਵਾਲੇ ਗਿਆਨੀ, ਬ੍ਰਹਮ ਗਿਆਨੀ, ਕੋਈ ਵੀ ਬ੍ਰਹਮ ਗਿਆਨੀ ਤਾਂ ਚੁੱਪ ਹੀ ਕਰ ਗਿਆ, ਪਰ ਦੱਸਦਾ ਹੀ ਨਹੀਂਗਾ। ਪਤਾ ਲੱਗ ਗਿਆ, ਫੀਲ ਕਰ ਲਿਆ, ਪਰ ਦੱਸਣ ਵਾਸਤੇ ਸ਼ਬਦ ਨਹੀਂ ਹੈਗਾ। ਕੋਈ ਸਤਨਾਮ ਸੀ। ਬਾਬਾ ਜੀ ਕਹਿੰਦੇ ਜੇ 100 ਸ਼ਾਇਰ ਮੇਲੀਐ, ਤਿਲ ਨਾ ਪੁਜਾਵੈ ਰੋਏ। ਇੱਥੇ ਰੋਣ ਤੋਂ ਮਤਲਬ ਹੈ ਦੱਸ ਕੇ, ਰੱਬ ਨੂੰ ਤਿਲ ਜਿੰਨਾ ਵੀ ਨਹੀਂ ਦੱਸ ਸਕਦੇ। ਤਿਲ ਮਾਤਰ ਵੀ ਉਹਦੀ ਪੂਰੀ ਸਿਫਤ ਨਹੀਂ ਦੱਸ ਸਕਦੇ ਵੀ ਉਹ ਕਿੱਡਾ ਕੁ ਵੱਡਾ ਹੈ। ਜੇ 100 ਕਵੀ ਇਕੱਠੇ ਹੋ ਕੇ ਦੱਸਣਾ ਚਾਹਣ, ਮੈਂ ਤਾਂ ਇਕੱਲਾ ਹਾਂ, ਮੈਂ ਤੁਹਾਨੂੰ ਕੀ ਦੱਸਾਂ। ਜੇ 100 ਸ਼ਾਇਰ ਮੇਲੀਐ, ਤਿਲ ਨਾ ਪੁਜਾਵੈ ਰੋਏ, ਕੀਮਤ ਕਿਨੈ ਨ ਪਾਈ। ਮਹਾਰਾਜ ਕਮਾਲ ਹੋ ਗਈ, ਉਹਦੇ ਬਾਰੇ ਕਿਸੇ ਨੇ ਨਹੀਂ ਜਾਣਿਆ। ਕਹਿੰਦੇ ਨਹੀਂ, ਕਿਸੇ ਨੂੰ ਉਹਦੀ ਸਮਝ ਨਹੀਂ ਆਈ। ਕੀਮਤ ਪਾਉਣਾ ਭਾਵ ਜਾਣ ਲੈਣਾ। ਜਿਵੇਂ ਸਾਲਸਰਾ ਜੋਹਰੀ ਦੇ ਕੋਲ ਭਾਈ ਮਰਦਾਨਾ ਜੀ ਇੱਕ ਲਾਲ ਲੈ ਕੇ ਜਾਂਦੇ ਆ, ਪਹਿਲਾਂ ਦੁਕਾਨਦਾਰਾਂ ਨੂੰ ਵਿਖਾਇਆ, ਹਲਵਾਈ ਕਹਿੰਦਾ 5 ਕਿਲੋ ਮਠਿਆਈ ਲੈ ਜਾ, ਪਰਚੂਨ ਵਾਲਾ ਕਹਿੰਦਾ ਗੋਲਗੱਟ ਲੈ ਜਾ ਭਾਈ, ਮੇਰੇ ਕੰਮ ਦਾ ਤਾਂ ਹੈ ਨਹੀਂਗਾ, ਮੈਂ ਤੱਕੜੀ ਦੇ ਬੋਦੇ ਤੇ ਬੰਨ ਲੂੰਗਾ। ਸੋਹਣਾ ਲੱਗਦਾ ਵੈਸੇ, ਪਰ ਉਹਨੂੰ ਉਹਦੀ ਅਕਲ ਹੀ ਨਹੀਂ ਕਿ ਉਹ ਹੈ ਕੀ। ਕੋ ਸਤਨਾਮ ਸੀ। ਉਹ ਤਾਂ ਮਨਕਾ ਹੀ ਸਮਝਦਾ। ਮੁੜਿਆ ਆਇਆ ਜੀ ਮਹਾਰਾਜ, ਹਲਵਾਈ ਕਹਿੰਦੇ ਪਸੇਰੀ ਮਠਿਆਈ ਲੈ ਜਾ, ਫਲਾਨਾ ਆ ਕਹਿੰਦਾ। ਇੱਕ ਬੰਦਾ ਕਹਿੰਦਾ 3 ਪੈਸਿਆਂ ਦਾ ਹੈਗਾ ਯਾਰ, ਲੈ ਜਾ। ਇੱਕ ਬਾਣੀਆ ਕਹਿੰਦਾ ਮੈਂ ਤੱਕੜੀ ਤੇ ਬੋਦੇ ਤੇ ਬੰਨ ਲਊਂਗਾ। ਕਹਿੰਦੇ ਮਰਦਾਨਿਆ, ਉਹਨਾਂ ਨੂੰ ਅਕਲ ਨਹੀਂ ਹੈਗੀ।
ਉਹਨੂੰ ਕੀ ਪਤਾ ਕੀ ਆ ਇਹ, ਜਾ ਇੱਥੇ ਕਜੌਰੀ ਉਹਦੇ ਕੋਲੇ ਜਾ, ਸਾਲਸਰਾਏ ਕੋਲ। ਸਾਲਸਰਾਏ ਜਾ ਕੇ ਵਿਖਾਇਆ, ਉਹਨੇ 5-7 ਵਾਰ ਤਾਂ ਉਹਨੂੰ ਮੱਥਾ ਟੇਕਿਆ ਏਦਾਂ ਕਰਕੇ, ਧੰਨ ਧੰਨ ਐਡਾ ਕੀਮਤੀ ਲਾਲ, ਇਹ ਭਾਈ ਤੇਰੇ ਹੱਥ ਕਿਵੇਂ ਆ ਗਿਆ? ਕਹੋ ਸਤਨਾਮ ਸੀ। ਕਹਿੰਦੇ ਮੇਰੇ ਮਾਲਕ ਨੇ ਭੇਜਿਆ, ਤੂੰ ਇਹਦਾ ਮੁੱਲ ਦੱਸ। ਮੁੱਲ? ਇਹਦਾ ਮੁੱਲ ਤਾਂ ਤੂੰ ਹੀ ਦੱਸ, ਮੈਨੂੰ ਵੀ ਨਹੀਂ ਪਤਾ। ਆਹ 125 ਰੁਪਇਆ ਤਾਂ ਦਰਸ਼ਨੀ ਭੇਟ ਹੈ, ਇਸ ਦਾ ਮੁੱਲ ਨਹੀਂ ਹੈਗਾ, ਦਰਸ਼ਨੀ ਭੇਟ ਆ ਲੈ ਜਾ। ਮਰਦਾਨਾ ਬਾਗੋ ਬਾਗ ਵੀ ਕਮਾਲ ਹੋ ਗਈ ਯਾਰ, 125 ਰੁਪਇਆ ਦੇਤਾ ਇਹਨੇ, ਉਹ ਤਾਂ 3 ਪੈਸੇ ਕਹਿੰਦੇ ਸੀ। ਉਹ ਕਹਿੰਦਾ ਇਹ ਮੁੱਲ ਨਹੀਂ ਹੈਗਾ, ਤੇਰੇ ਮਾਲਕ ਨੂੰ ਪੁੱਛ ਕੇ ਆ ਕਿੰਨੇ ਲੈਣੇ ਆ, ਮੈਂ ਉਨੇ ਹੀ ਦੇ ਦੂੰਗਾ। ਬਾਬੇ ਨਾਲ ਕੋਲ ਮੁੜ ਕੇ ਆ ਗਿਆ, ਕਹਿੰਦਾ ਜੀ ਐਂ ਪੁੱਛਦਾ। ਬਾਬਾ ਕਹਿੰਦਾ ਮੈਨੂੰ ਇਹਦੇ ਮੁੱਲ ਦਾ ਪਤਾ ਨਹੀਂ, ਉਹ ਜੌਹਰੀ ਬਣਿਆ ਫਿਰਦਾ, ਉਹਨੂੰ ਪੁੱਛ। 5-7 ਗੇੜੇ ਲੱਗੇ ਜਦ। ਬਾਬਾ ਕਹਿੰਦੇ ਮਰਦਾਨਿਆ ਉਹ ਇਹਨੂੰ ਲਾਲ ਨਾ ਸਮਝੇ, ਇਹ ਪਰਮੇਸ਼ਰ ਦਾ ਨਾਮ ਹੈ, ਵੇਚਣਾ ਇਹ ਆਪਾਂ ਨਾਲ ਲਿਜਾਣ ਵਾਸਤੇ ਹੁੰਦਾ ਹੈ। ਕਹਿੰਦਾ ਮੈਂ ਨਹੀਂ ਵੇਚਦਾ। ਫਿਰ ਕਹਿੰਦੇ ਨਹੀਂ ਵੇਚਦਾ, ਉਹਦਾ 125 ਮੋੜ ਕੇ ਆ। ਉਹਨੂੰ ਕਹਿ ਵੀ ਦਰਸ਼ਨੀ ਭੇਟਾ ਨਹੀਂ ਲੈਣੀ ਪਈ, ਚੱਕ ਲਾ ਆਪਦੀ। ਮੁੜ ਕੇ ਉਹ ਮੋੜਨ ਗਿਆ, ਉਹ ਦਰਸ਼ਨੀ ਭੇਟਾ ਲਵੇ ਨਾ, ਧਰਮੀ ਬੰਦਾ ਸੀ, ਕਹਿੰਦਾ ਮੈਂ ਦਰਸ਼ਨ ਕਰ ਲੈ, ਮੈਂ ਦੇਊਂਗਾ। ਅਖੀਰ ਮਰਦਾਨਾ ਸਿੱਟ ਕੇ ਆਇਆ, ਮਗਰੇ ਫਿਰ ਜੌਹਰੀ ਆ ਗਿਆ, ਮਗਰੇ ਉਹਦਾ ਧਰਕਾ ਨੌਕਰ ਆ ਗਿਆ। ਫਿਰ ਜੌਹਰੀ ਨੂੰ ਗਿਆਨ ਦਿੰਦੇ ਐ, ਸੁਣ ਸਾਲਸ ਤੂੰ ਜੌਹਰੀ, ਆਪਣਾ ਲਾਲ ਪਛਾਣ, ਕੂੜੇ ਪੱਥਰ ਨਾ ਗੰਢ ਬੰਨ, ਲੀਜਾ ਭਰੇ ਸਿਆਣ। ਤੁਹਾਡੀ ਜਾਨ ਦਾ ਕੀ ਮੁੱਲ ਆ? ਤੁਸੀਂ ਆਪਣੀ ਜਾਨ ਬਚਾਉਣ ਵਾਸਤੇ ਸਾਰੀ ਜ਼ਿੰਦਗੀ ਵਿੱਚ ਇਕੱਠਾ ਕੀਤਾ ਸਾਰਾ ਪੈਸਾ ਲਾ ਦਿਓਗੇ। ਇਹ ਤੁਹਾਡੀ ਆਤਮਾ ਹੈ ਤੇ ਆਤਮਾ ਪਰਮਾਤਮਾ ਦੀ ਅੰਸ਼ ਹੈ, ਇਹਦਾ ਕੋਈ ਮੁੱਲ ਹੈ? ਕਹੋ ਸਤਨਾਮ ਸ੍ਰੀ। ਇਸ ਕਰਕੇ ਫਿਰ ਜੌਹਰੀ ਨੂੰ ਗਿਆਨ ਦਿੱਤਾ। ਬਾਬਾ ਜੀ ਕਹਿੰਦੇ ਉਹਦੀ ਕੀਮਤ ਕੋਈ ਪਾ ਨਹੀਂ ਸਕਿਆ ਹਜੇ ਤੱਕ। ਕੀਮਤ ਕਿਨੇ ਨਾ ਪਾਈ ਆ, ਸਭ ਸੁਣ ਸੁਣੀ ਆਖਿਆ ਸੋਏ। ਮੇਰੇ ਵਰਗੇ ਵੀ ਇਧਰੋਂ ਉਧਰੋਂ ਸੁਣ ਲੈਂਦੇ ਆ, ਤੁਹਾਨੂੰ ਸੁਣਾ ਦਿੰਦੇ ਆ। ਕਹੋ ਸਤਨਾਮ ਸ੍ਰੀ। ਜੇ ਸਾਡੇ ਕੋਲ ਬਾਣੀ ਨਾ ਹੁੰਦੀ ਤਾਂ ਅਸੀਂ ਕਿੱਥੋਂ ਅਰਥ ਕਰਦੇ ਬਈ? ਜੇ ਮੈਂ ਕਹਾਂ ਕਿ ਮੈਂ ਕਥਾਵਾਚਕ ਹਾਂ, ਕਿੱਥੋਂ ਬਣਿਆ? ਬਾਣੀ ਸੁਣ ਸੁਣ ਕੇ, ਹੋਰਨਾਂ ਕਥਾਵਾਚਕਾਂ ਨੂੰ ਸੁਣ ਸੁਣ ਕੇ, ਇਧਰੋਂ ਉਧਰੋਂ ਸੁਣ ਸੁਣ ਕੇ ਇਕੱਠਾ ਕਰਕੇ ਮੈਂ ਤੁਹਾਨੂੰ ਸੁਣਾ ਦੇਣਾ। ਤੁਸੀਂ ਵੀ ਆਨੰਦ ਲੈ ਲੈਂਦੇ ਹੋ, ਮੈਂ ਵੀ ਆਨੰਦ ਲੈ ਲੈਣਾ। ਵੈਸੇ ਪੂਰਾ ਕੋਈ ਨਹੀਂ ਕਹਿ ਸਕਿਆ ਹਜੇ ਤੱਕ। ਕਹੋ ਸਤਨਾਮ ਸ੍ਰੀ। ਸਮੁੰਦਰ ਦਾ ਅੰਤ ਪਾਇਆ ਜਾ ਸਕਦਾ ਹੈ, ਪਰ ਰੱਬ ਦਾ, ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਹੜੇ ਸਮੁੰਦਰ ਦਾ ਅੰਤ ਨਹੀਂ ਪਾ ਸਕਦੇ, ਉਹ ਪੱਤਨ ਤੇ ਬੈਠ ਕੇ ਟੁੱਬੀ ਲਾ ਕੇ ਠੰਡ ਲੈ ਸਕਦੇ ਆ। ਕਹੋ ਸਤਨਾਮ ਸ੍ਰੀ। ਗਰਮੀ ਤੋਂ ਬਚ ਸਕਦੇ ਆ ਆਪਾਂ। ਪ੍ਰੀਤਮ ਜੀ ਕਹਿੰਦੇ ਕੀਮਤ ਕਿਨੇ ਨ ਪਾਈ ਆ, ਸਭ ਸੁਣ ਸੁਣੀ ਆਖਿਆ ਸੋਏ। ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ, ਇਹ ਸਾਰੇ ਸ਼ਬਦ ਮੁਸਲਮਾਨੀ ਮੱਤ ਵਿੱਚ ਵਰਤੇ ਗਏ ਆ, ਕਿਉਂਕਿ ਉਹਨਾਂ ਨੂੰ ਮੁਸਲਮਾਨੀ ਮੱਤ ਹੀ ਸਮਝ ਆਉਣੀ ਸੀ ਨਾ। ਮੱਕੇ ਦੇ ਵਿੱਚ ਪਾਤਸ਼ਾਹ ਗੱਲਾਂ ਉਹਨਾਂ ਨੂੰ ਸੁਣਾ ਰਹੇ ਨੇ। ਕਹਿੰਦੇ ਜਿੰਨੇ ਪੀਰ ਹੋਏ, ਪੈਗੰਬਰ ਹੋਏ, ਸਾਲਕ ਸਾਧਕ ਰਿਸ਼ੀ ਮੁਨੀ ਹੋਏ, ਸ਼ਹੀਦ ਹੋਏ, ਸ਼ੇਖ ਮਸਾਇਕ ਸ਼ੇਖ ਹੋਏ, ਵਜ਼ੀਰ ਹੋਏ, ਕਾਜੀ ਹੋਏ, ਮੁੱਲਾ ਹੋਏ, ਦਰ ਦਰਵੇਸ਼ ਰਸੀਦ, ਦਰਵੇਸ਼ ਹੋਏ, ਇਹ ਸਾਰੀ ਉਹਦੇ ਦਰ ਦੇ ਮੰਗਤੇ ਹੈ। ਇਹਨਾਂ ਨੂੰ ਦਾਤਾਂ ਦੇਣ ਵਾਲਾ ਉਹ ਇੱਕ ਹੈ। ਐਡੇ ਐਡੇ ਹੋ ਕੇ ਵੀ ਇਹ ਉੱਥੇ ਮੰਗਤੇ ਹਨ। ਇੱਥੇ ਆਪਾਂ ਸਾਰੇ ਮੰਗਤੇ ਆ, ਭਾਵੇਂ ਇੱਥੇ ਕੋਈ ਵੀ ਕਿਉਂ ਨਾ ਆ ਜੇ, ਰਾਸ਼ਟਰਪਤੀ ਵੀ ਆ ਜਾਵੇ ਤੇ ਇੱਥੇ ਆ ਕੇ ਉਹ ਵੀ ਮੰਗਤਾ ਹੈ। ਕਹੋ ਸਤਨਾਮ ਸ੍ਰੀ। ਗੱਲ ਹੀ ਮੁਕਾਓ ਸੰਸਾਰੀ ਤੌਰ ਤੇ ਮੈਂ ਕਹਿ ਦਿਆਂ। ਤਾਂ ਪ੍ਰੀਤਮ ਜੀ ਕਹਿੰਦੇ ਹਾਂ ਇੱਕ ਗੱਲ ਹੈ, ਅਸੀਂ ਸਾਰੇ ਉਹ ਦਰ ਦੇ ਮੰਗਤੇ ਹਾਂ, ਪਰ ਜਿਹੜੇ ਉਹਨੂੰ ਗਾਉਂਦੇ ਰਹਿੰਦੇ ਆ, ਬਰਕਤ ਤਿੰਨ ਕੋ ਅਗਾਲੀ। ਅਸੀਂ ਕਹਿੰਦੇ ਸਾਡੇ ਕੰਮ 'ਚ ਬਰਕਤ ਪੈ ਜੇ, ਮਤਲਬ ਵਾਧਾ ਹੋਵੇ। ਬਰਕਤ ਦਾ ਅਰਥ ਬਖਸ਼ਿਸ਼ਾਂ, ਅਗਲੀ ਹੁੰਦਾ ਬਹੁਤੀਆਂ। ਪੜ੍ਹਦੇ ਰਹਿਣ ਦਰੂਦ। ਦਰੂਦ ਦਾ ਅਰਥ ਹੈ ਜਿਹੜੇ ਲੋਕ ਉਹਦੇ ਅੱਗੇ ਅਰਦਾਸ ਬੇਨਤੀ ਕਰਦੇ ਰਹਿੰਦੇ ਆ, ਰੱਬ ਉਹਨਾਂ ਵਿੱਚ ਬਰਕਤ ਪਾਉਂਦਾ ਰਹਿੰਦਾ। ਕਹੋ ਸਤਨਾਮ ਸ੍ਰੀ। ਜਿਹੜਾ ਉਹਦੇ ਦਰ ਤੇ ਅਰਦਾਸ ਕਰਦਾ ਹੈ, ਉਹਨੂੰ ਗਾਉਂਦਾ ਹੈ, ਉਹਦੀਆਂ ਸਿਫਤਾਂ ਕਰਦਾ ਹੈ, ਬੇਨਤੀਆਂ ਕਰਦਾ ਰਹਿੰਦਾ ਹੈ, ਜਪਦਾ ਰਹਿੰਦਾ ਹੈ, ਪਰਮੇਸ਼ਰ ਉਸ ਦੇ ਘਰ ਦੇ ਵਿੱਚ ਬਰਕਤਾਂ ਪਾ ਦਿੰਦਾ। ਅਗਲੀਆਂ ਭਾਵ ਬਹੁਤੀਆਂ। ਕਹੋ ਸਤਨਾਮ। ਉਹਨੂੰ ਦਾਤਾਂ ਬਖਸ਼ੀ ਜਾਂਦਾ ਜਿਹੜਾ ਉਹਦੀ ਸਿਫਤ ਕਰਦਾ, ਪਰ ਪੂਰਾ ਕੋਈ ਨਹੀਂ ਗਾ ਸਕਿਆ ਉਹਨੂੰ ਹਲੇ ਤੱਕ। ਕਹੋ ਸਤਨਾਮ ਸੀ।
बरकत तिनको अगली पढ़ते रहन दरूद। महाराज कुछ तो दसो, कोई वजीर मंत्री दस दो उसका। कहते कोई वजीर मंत्री नहीं, वो सब कुछ आप ही करता है। पुछ न साजै पुछ न ढाहै, पुछ न लेवै पुछ न देवै ले। वो किसी की सलाह नहीं लैंदा गा, ना बनाउण लग्या वेखदा, ना ढाउण लग्या वेखदा। गवांढी तो चाहता है कि मेरा गवांढी खत्म हो जाए, कंगाल हो जाए, पर गवांढी दे सोचिया ना कोई कंगाल हुंदा है, ना किसी दे शीसां दियां कोई अमीर हुंदा है। ये रब दे हथ च है। कहो सतनाम सी। जिवें आम कहावत है मालवे दी, कावां दे कहे तो जे ढगे मर जाण फिर तो सारे शहर दे मार देन भी असीं रज के मांस खाईए। कहो सतनाम सी। कावां दे कहे तो ढगे नहीं मरदे। इस करके रब किसी की सलाह नहीं लैंदा। बेचारा इत्थे रोकदे आ, समाप्ति ते है। वैसे शब्द हाली अद्धा बाकी आ। गुरु कृपा करन, वो परिपूर्ण परमेश्वर परमात्मा जिहड़ा है बड़ा बेअंत है। वो किसी की सलाह नहीं लैंदा, उहदा कोई वजीर नहीं है, वो आप ही है। इस करके उन्होंने एक कहा। इन्होंने 33 करोड़ देवी देवता बना लिया हिंदुआ ने। उन्होंने भी बहुत सारिया कवरां पूजनियां शुरू कीतियां, पर बाबा नानक कहना वो एक है। आलवड़ का मालक एको ही है। आलवड़ भी मैं छोटा कह दिता, 14 लोकां दा मालक है। लोक दा, पताल लोक दा, मात लोक दा, आकाश लोक दा, हर थां दा ओही मालक है। होर अगे की पुछदे है ते पातशाह की जवाब दिंदे है, ये आपां कल दे दीवाना भी सरवण करांगे। इत्थे रोकण दी आग्या बख्शो जी। बोलदियां ने एक अखर बाद घट हो जांदे। सिख संगतां ते सतगुरु बख्शण जोग है, बख्श लेना। समाप्ति करिए। वाहिगुरु वाहिगुरु वाहिगुरु।